Hello students, how are you? I hope you will have completed your homework. And today we are going to start second chapter Half Our Worth. Author is R.K. Narayan. Let's start, let's read. So we are sold rice at the market gate. In shop you found heaped in wicker baskets, all varieties from pebbly coarse rice to Delhi samba, white as jasmine and slender as a needle. ਜੋ ਸੂਬੀਆ ਸੀ ਉਹ ਮਾਰਕੀਟ ਗੇਟ ਬਾਜ਼ਾਰ ਦੇ ਗੇਟ ਤੇ ਚੌਲ ਵੇਚਦਾ ਸੀ ਔਰ ਉਸ ਦੀ ਸ਼ਾਪ ਦੇ ਵਿੱਚ ਵੀਕਰ ਬਾਸਕਟਸ ਦੇ ਵਿੱਚ ਬਾਂਸ ਦੀਆਂ ਟੋਕਰੀਆਂ ਦੇ ਵਿੱਚ ਹੀਪਡ ਢੇਰ ਲੱਗੀਆਂ ਹੋਈਆਂ ਸਾਰੀਆਂ ਵੈਰਾਈਟੀਜ਼ ਸਾਰੀਆਂ ਕਿਸਮਾਂ ਮਿਲ ਸਕਦੀਆਂ ਸਨ ਫਰੋਮ ਪੈਬਲੀ ਕੋਰਸ ਰਾਈਸ ਟੂ ਦਿੱਲੀ ਸਾਂਬਾ ਕੰਕਰਾਂ ਨਾਲ ਭਰੇ ਮੋਟੇ ਚੌਲਾਂ ਤੋਂ ਲੈ ਕੇ ਦਿੱਲੀ ਸਾਂਬਾ ਦੇ ਚੌਲਾਂ ਤੱਕ ਵਾਈਟ ਐ ਜੈਸਮਿਨ ਐਂਡ ਸਿਲੈਂਡਰ ਐਜ਼ ਅ ਨੀਡਲ ਔਰ ਜਿਸ ਦੇ ਦਾਣੇ ਜੈਸਮਿਨ ਚਮੇਲੀ ਵਰਗੇ ਸਫੈਦ ਔਰ ਨੀਡਲ ਸੂਈ ਵਰਗੇ ਸਿਲੈਂਡਰ ਪਤਲੇ ਹੁੰਦੇ ਸਨ ਹੀ ਸ਼ੋ ਵਾਸ ਸਟਫੀ ਐਂਡ ਡਾਰਕ ਬਟ ਹੀ ਲਵਡ ਐਵਰੀ ਇੰਚ ਆਫ ਇਟ ਉਸ ਦੀ ਦੁਕਾਨ ਸਟਫੀ ਸੀ ਉਸ ਦੀ ਦੁਕਾਨ ਦੇ ਵਿੱਚ ਸਾਹ ਘੁੱਟਦਾ ਸੀ ਦਮ ਘੁੱਟਦਾ ਸੀ ਔਰ ਡਾਰਕ ਸੀ ਲੇਕਿਨ ਦੁਕਾਨ ਦੀ ਹਰ ਇੱਕ ਚੀਜ਼ ਨੂੰ ਦੁਕਾਨ ਦੇ ਹਰ ਕੋਨੇ ਨੂੰ ਉਹ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਹੀ ਲਵਡ ਦਾ ਸਮੈਲ ਆਫ ਗਨੀ ਸੈਕ ਆਫ ਰਾਈਸ ਐਂਡ ਹਸਕ ਔਰ ਉਸਨੂੰ ਜੋ ਸਮੈਲ ਸੀ ਉਹ ਬਹੁਤ ਪਸੰਦ ਸੀ ਜੋ ਬੋਰੀਆਂ ਦੀ ਜੋ ਸਮੈਲ ਸੀ ਜੋ ਚੌਲਾਂ ਦੀ ਸਮੈਲ ਸੀ ਔਰ ਜੋ ਫੂਸ ਦੀ ਸਮੈਲ ਸੀ ਹਸਕ through good times and bad he flourished through good times and bad he flourished ਔਰ ਚੰਗੇ ਔਰ ਬੁਰੇ ਗੁੱਡ ਟਾਈਮਸ ਐਂਡ ਬੈਡ ਚੰਗੇ ਔਰ ਬੁਰੇ ਸਾਰੇ ਦਿਨਾਂ ਦੇ ਵਿੱਚ ਉਸ ਦਾ ਜੋ ਵਪਾਰ ਸੀ ਉਹ ਫਲੋਰਿਸਟ ਹੁੰਦਾ ਗਿਆ ਵਾਧਾ ਫੁੱਲਦਾ ਗਿਆ ਦੇਰ ਵਰ ਡੇਜ਼ ਆਫ ਡਰੌਟ ਵੈਨ ਪੈਡੀ did not come up and the rice mills were silenced when people looked hollow-eyed and half dead. There was days of drought. ਅਜਾਏ ਵੀ ਡਰੌਟ ਸੋਕੇ ਦੇ ਦਿਨ ਆਏ ਅਜਾਏ ਵੀ ਡਰੌਟ ਸੋਕੇ ਦੇ ਦਿਨ ਆਏ ਜਦੋਂ ਪੈਡੀ did not come up ਜਦੋਂ ਚੌਲਾਂ ਦੀ ਫਸਲ ਨਹੀਂ ਹੋਈ ਔਰ ਜੋ ਚੌਲ ਮਿਲਾਂ ਸਨ ਉਹ ਖਾਮੋਸ਼ ਰਹੀਆਂ ਸਾਇਲੈਂਸਡ ਖਾਮੋਸ਼ ਰਹੀਆਂ ਔਰ ਜਦੋਂ ਲੋਕਾਂ ਦੀਆਂ when people looked hollow-eyed ਔਰ ਜਦੋਂ ਲੋਕਾਂ ਦੀਆਂ ਅੱਖਾਂ ਖੋਖਲੀਆਂ ਦਿਸਦੀਆਂ ਸਨ ਔਰ ਉਹ ਹਾਫ ਡੈਡ ਔਰ ਉਹ ਅੱਧ ਮਰੇ ਦਿਸਦੇ ਸਨ ਬਟ ਈਵਨ ਦੈਨ ਹੀ ਨੈਵਰ ਕਲੋਜ਼ਡ ਹਿਸ ਸ਼ਾਪ ਉਹਨਾਂ ਦਿਨਾਂ ਵਿੱਚ ਉਹ ਆਪਣੀ ਦੁਕਾਨ ਕਦੀ ਬੰਦ ਨਹੀਂ ਕਰਦਾ ਸੀ ਇਫ ਹੀ did not find stuff for 20 baskets he scoured the countryside and filled at least baskets and sold them ਜੇਕਰ ਉਸ ਨੂੰ 20 ਟੋਕਰੀਆਂ ਜਿੰਨਾ ਮਾਲ ਨਾ ਮਿਲਦਾ ਇਫ ਹੀ did not find stuff ਜੇਕਰ ਉਸ ਨੂੰ 20 ਬਾਸਕਟਸ 20 ਟੋਕਰੀਆਂ ਜਿੰਨਾ ਸਟਫ ਜਿੰਨਾ ਮਾਲ ਨਾ ਮਿਲਦਾ ਤਾਂ ਇਸ ਕੋਰ ਦੀ ਕੰਟਰੀ ਤਾਂ ਉਹ ਸਾਰੇ ਉਸ ਪਿੰਡ ਨੂੰ ਛਾਣ ਦਿੰਦਾ ਉਹ ਪਿੰਡ ਦੇ ਵਿੱਚ ਸਕੌਡ ਘੁੰਮਦਾ ਫਿਰਦਾ ਰਹਿੰਦਾ ਐਂਡ ਫੀਲਡ ਐਟ ਲੀਸਟ 2 ਬਾਸਕਟਸ ਐਂਡ ਸੋਲਡ ਦੈਮ ਔਰ ਘੱਟ ਤੋਂ ਘੱਟ 2 ਟੋਕਰੇ ਭਰ ਲੈਂਦਾ ਔਰ ਉਹਨਾਂ ਨੂੰ ਵੇਚ ਦਿੰਦਾ ਦੇਰ ਵਰ ਟਾਈਮਸ ਵੈਨ ਦੀ ਹਾਰਵੈਸਟ ਵਾਸ ਸੋ ਰਿਚ ਹੀ ਕੁਡ ਹਾਰਡਲੀ ਐਕਸੈਪਟ ਅ ਕੁਆਰਟਰ ਆਫ ਦੀ ਗ੍ਰੇਨ that was offered when it seemed a fool's business to be selling rice ਔਰ ਅਜਿਹਾ ਸਮਾਂ ਵੀ ਆਇਆ ਜਦ ਫਸਲ ਬਹੁਤ ਜ਼ਿਆਦਾ ਹੋਈ ਜਦ ਜੋ ਫਸਲ ਸੀ ਉਹ ਬਹੁਤ ਭਰਪੂਰ ਮਾਤਰਾ ਵਿੱਚ ਹੋਈ he could hardly accept a quarter of the grain ਔਰ ਉਸ ਅਨਾਜ ਦਾ a quarter ਔਰ ਉਸ ਅਨਾਜ ਦਾ 1/4 ਵੀ ਸਵੀਕਾਰ ਨਾ ਕਰ ਸਕਦਾ that was offered ਜੋ ਉਸ ਨੂੰ ਖਰੀਦਣ ਲਈ ਪੇਸ਼ ਕੀਤਾ ਜਾਂਦਾ
when it seemed a fool's business to be selling rice। और जब चौल बेचना बेवकूफ़ी वाला व्यापार समझा जाता। If you sold rice all day and night, you could not hope for a profit of even 50 rupees। ਜੇਕਰ ਦਿਨ ਰਾਤ ਲਾ ਕੇ ਚੌਲ ਵੇਚੋ ਤਾਂ ਤੁਹਾਨੂੰ 50 ਰੁਪੀਸ ਤਾਂ ਤੁਹਾਨੂੰ 50 ਰੁਪਏ ਦਾ ਮੁਨਾਫਾ ਵੀ ਹੋਣ ਦੀ ਕੋਈ ਆਸ ਨਾ ਹੁੰਦੀ। ਦੇ ਕਾਲਡ ਇਟ ਡਿਪਰੈਸ਼ਨ ਇਨ ਦਾ ਟ੍ਰੇਡ। ਅਜਿਹੇ ਸਮੇਂ ਨੂੰ ਲੋਕ ਕੀ ਕਹਿੰਦੇ ਸਨ? ਅਜਿਹੇ ਸਮੇਂ ਨੂੰ ਉਹ ਲੋਕ ਕਾਰੋਬਾਰ 'ਚ ਮੰਦੀ ਕਹਿੰਦੇ ਸਨ। ਬਟ ਸੂਬੀਆ ਸਰਵਾਈਵਡ ਆਲ ਅਪਸ ਐਂਡ ਡਾਊਨਸ। ਲੇਕਿਨ ਜੋ ਸੂਬੀਆ ਸੀ ਸਾਰੇ ਉਤਰਾਵਾਂ ਚੜਾਵਾਂ ਦੇ ਬਾਵਜੂਦ ਜਿਉਂਦਾ ਰਿਹਾ, ਕਾਇਮ ਰਿਹਾ। ਬਟ ਸੂਬੀਆ ਸਰਵਾਈਵਡ, ਜੋ ਸੂਬੀਆ ਸੀ ਕਾਇਮ ਰਿਹਾ, ਜਿਉਂਦਾ ਰਿਹਾ ਉਹਨਾਂ ਅਪਸ ਐਂਡ ਡਾਊਨਸ ਦੇ ਬਾਵਜੂਦ। ਰਾਈਸ ਵਾਸ ਇਨ ਹਿਸ ਬਲੱਡ, ਔਰ ਚੌਲ ਉਸ ਦੇ ਖੂਨ ਵਿੱਚ ਸਨ। ਹੀ ਹੈਡ ਸਰਵਡ ਐਜ਼ ਐਨ ਅਨਪੇਡ ਐਪਰੈਂਟਾਈਸ ਵੈਨ ਹਿਸ ਫਾਦਰ ਰੂਲਡ। ਔਰ ਆਪਣੇ ਪਿਤਾ ਦੇ ਸ਼ਾਸਨ ਵਿੱਚ ਵੈਨ ਹਿਸ ਫਾਦਰ ਰੂਲਡ, ਆਪਣੇ ਪਿਤਾ ਦੇ ਸ਼ਾਸਨ ਵਿੱਚ ਸੂਬੀਆ ਇੱਕ ਅਨਪੇਡ, ਇੱਕ ਬਿਨਾਂ ਤਨਖਾਹ, ਇੱਕ ਐਪਰੈਂਟਾਈਸ, ਇੱਕ ਸਟੂਡੈਂਟ ਦੇ ਰੂਪ ਵਿੱਚ ਦੁਕਾਨ ਤੇ ਬੈਠਦਾ ਸੀ। ਦੋਜ਼ ਵਰ ਡੇਜ਼ ਵੈਨ ਸੂਬੀਆ ਲੋਥਡ ਦੀ ਰਾਈਸ ਬੈਗਸ। ਉਹ ਦਿਨ ਵੀ ਸਨ ਜਦੋਂ ਸੂਬੀਆ ਬਹੁਤ ਨਫ਼ਰਤ ਕਰਦਾ ਸੀ ਲੋਥਡ, ਉਹਨਾਂ ਚੌਲਾਂ ਦੀਆਂ ਬੋਰੀਆਂ ਨੂੰ। ਹੀ ਲੌਂਗਡ ਫॉर ਦੀ ਕਰਾਊਡਡ ਸਟਰੀਟ ਸਿਨੇਮਾਸ, ਫੁੱਟਬਾਲ ਮੈਚਸ ਐਂਡ ਰੈਸਲਿੰਗ ਟੂਰਨਾਮੈਂਟਸ ਵਿਚ ਹੀ ਸਾ ਥਰੂ ਦੀ ਕਰਾਊਡਡ ਸ਼ਾਪ ਡੋਰ। ਔਰ ਉਹ ਇੱਛਾ ਰੱਖਦਾ ਸੀ ਕਿਸ ਦੇ ਲਈ? ਕਰਾਊਡਡ ਸਟਰੀਟਸ, ਭੀੜ ਨਾਲ ਭਰੀਆਂ ਸੜਕਾਂ ਨੂੰ ਵੇਖਣ ਦੀ, ਸਿਨੇਮੇ ਨੂੰ ਵੇਖਣ ਦੀ, ਫੁੱਟਬਾਲ ਮੈਚ ਵੇਖਣ ਦੀ ਔਰ ਰੈਸਲਿੰਗ ਟੂਰਨਾਮੈਂਟ ਵੇਖਣ ਦੀ। ਉਹ ਇਹਨਾਂ ਚੀਜ਼ਾਂ ਦੀ ਬਹੁਤ ਇੱਛਾ ਰੱਖਦਾ ਸੀ। ਵਿਚ ਹੀ ਸਾ ਥਰੂ ਦੀ ਕਰਾਊਡਡ ਸ਼ਾਪ ਡੋਰ, ਔਰ ਜਿਸ ਨੂੰ ਉਹ ਭੀੜ ਭਰੀ ਦੁਕਾਨ ਦੇ ਦਰਵਾਜ਼ੇ ਵਿੱਚੋਂ ਵੇਖਿਆ ਕਰਦਾ ਸੀ, ਜਿਸ ਨੂੰ ਉਹ ਕਰਾਊਡਡ ਸ਼ਾਪ ਦੇ ਦਰਵਾਜ਼ੇ ਥਾਣੀ ਵੇਖਿਆ ਕਰਦਾ ਸੀ। ਬਟ ਹਿਸ ਫਾਦਰ ਮੋਰ ਔਰ ਲੈਸ ਕੈਪਟ ਹਿਮ ਚੇਨ ਟੂ ਦਾ ਸ਼ਾਪ ਐਂਡ ਡਿਸਕਰਸਡ ਹਿਸ ਆਊਟਸਾਈਡ ਇੰਟਰਸਟਸ। ਪਰੰਤੂ ਉਸ ਦਾ ਜੋ ਪਿਤਾ ਸੀ ਉਸ ਨੂੰ ਦੁਕਾਨ ਦੇ ਨਾਲ ਜੰਜੀਰ ਨਾਲ ਬੰਨ੍ਹ ਕੇ ਰੱਖਦਾ ਸੀ। ਲੇਕਿਨ ਜੋ ਉਸ ਦਾ ਪਿਤਾ ਸੀ ਉਸ ਨੂੰ ਬੰਨ੍ਹ ਕੇ ਰੱਖਦਾ ਸੀ ਦੁਕਾਨ ਦੇ ਵਿੱਚ। ਔਰ ਡਿਸਕਰਸਡ ਹਿਸ ਆਊਟਸਾਈਡ ਇੰਟਰਸਟ, ਔਰ ਜੋ ਉਸ ਦੀਆਂ ਬਾਹਰਲੀਆਂ ਰੁਚੀਆਂ ਸਨ ਉਹਨਾਂ ਨੂੰ ਡਿਸਕਰਜ ਕਰਦਾ ਸੀ, ਨਿਰੁਤਸ਼ਾਹਿਤ ਕਰਦਾ ਸੀ। ਬॉयਜ਼ ਸ਼ੁੱਡ ਬੀ ਹਾਰਸ whipped if they are not to become brigands। ਲੜਕਿਆਂ ਨੂੰ ਹਾਰਸ whipped, ਲੜਕਿਆਂ ਨੂੰ ਘੋੜਿਆਂ ਦੀ ਤਰ੍ਹਾਂ ਚਾਬੁਕ ਨਾਲ ਮਾਰਨਾ ਚਾਹੀਦਾ ਹੈ ਜੇਕਰ ਅਸੀਂ ਨਹੀਂ ਚਾਹੁੰਦੇ ਕਿ ਉਹ ਡਾਕੂ ਜਾਂ ਬਦਮਾਸ਼ ਬਣ। ਜੇਕਰ ਅਸੀਂ ਨਹੀਂ ਚਾਹੁੰਦੇ ਕਿ ਉਹ ਬ੍ਰਿਗੈਂਡਸ ਡਾਕੂ ਜਾਂ ਬਦਮਾਸ਼ ਬਣ ਤਾਂ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ? ਤਾਂ ਸਾਨੂੰ ਲੜਕਿਆਂ ਨੂੰ ਘੋੜਿਆਂ ਦੀ ਤਰ੍ਹਾਂ ਚਾਬੁਕ ਦੇ ਨਾਲ ਮਾਰਨਾ ਚਾਹੀਦਾ ਹੈ। He practiced this theory of child training with such steadfastness that in due course the little man had no eyes or head for anything except rice at the market। Or practiced the theory of child training, और इस चाइल्ड ट्रेनिंग ਦੀ, ਇਸ ਬਾਲ ਸਿੱਖਿਆ ਦੇ ਇਸ ਥਿਓਰੀ ਦੀ, ਇਸ ਸਿਧਾਂਤ ਦੀ ਇੰਨੀ ਸਟੈਡਫਾਸਟਨੈਸ ਦੇ ਨਾਲ, ਇੰਨੀ ਦ੍ਰਿੜਤਾ ਨਾਲ ਉਹ ਪਾਲਣਾ ਕਰਦਾ ਸੀ ਕਿ ਸਮਾਂ ਬੀਤਣ 'ਤੇ ਦਾ ਲਿਟਲ ਮੈਨ, ਸਮਾਂ ਬੀਤਣ 'ਤੇ ਉਸ ਛੋਟੇ ਜਿਹੇ ਵਿਅਕਤੀ ਨੂੰ ਐਕਸੈਪਟ ਰਾਈਸ ਐਟ ਦੀ ਮਾਰਕੀਟ, ਉਸ ਛੋਟੇ ਜਿਹੇ ਵਿਅਕਤੀ ਨੂੰ ਚੌਲ ਅਤੇ ਬਾਜ਼ਾਰ ਦੇ ਸਿਵਾਏ ਕੁਝ ਦਿਖਾਈ ਨਹੀਂ ਦਿੰਦਾ ਸੀ। ਵੈਨ ਹਿਸ ਫਾਦਰ ਡਾਈਡ ਹੀ ਸਲਿਡ ਇਨ ਸੋ ਨਾਈਸਲੀ ਦੈਟ ਨੋਬੋਡੀ ਨੋਟਿਸ ਦਾ ਡਿਫਰੈਂਸ। ਜਦੋਂ ਉਸਦੇ ਪਿਤਾ ਦੀ ਮੌਤ ਹੋ ਗਈ
ਤਾਂ ਉਸਨੇ ਕੰਮ ਨੂੰ ਇੰਨੀ ਚੰਗੀ ਤਰ੍ਹਾਂ ਸਲੀਡ ਇਨ ਕੀਤਾ, ਇੰਨੀ ਚੰਗੀ ਤਰ੍ਹਾਂ ਸੰਭਾਲ ਲਿਆ ਕਿ ਕਿਸੇ ਨੂੰ ਕੋਈ ਫਰਕ ਨਜ਼ਰ ਨਹੀਂ ਆਇਆ। ਮੋਸਟ ਪੀਪਲ ਥੋਟ that the old man was still there counting cash. Most people thought, ਜ਼ਿਆਦਾਤਰ ਲੋਕਾਂ ਨੂੰ ਲੱਗਦਾ ਸੀ ਕਿ ਉਹ ਜਿਹੜਾ ਬਜ਼ੁਰਗ ਆਦਮੀ ਹੈ ਉਹ ਅਜੇ ਵੀ ਉੱਥੇ ਹੀ ਸੀ ਔਰ ਨਕਦੀ ਦੀ ਗਿਣਤੀ ਕਰ ਰਿਹਾ ਸੀ ਔਰ ਕੈਸ਼ ਦੀ ਗਿਣਤੀ ਕਰ ਰਿਹਾ ਸੀ। ਲੋਕਾਂ ਨੂੰ ਇਸ ਤਰ੍ਹਾਂ ਲੱਗਦਾ ਸੀ। ਬਿਜ਼ਨਸ ਪ੍ਰੋਸਪਰਡ, ਔਰ ਜੋ ਵਪਾਰ ਸੀ ਉਹ ਵਾਧਾ ਫੁੱਲਦਾ ਗਿਆ। ਥੈਂਕਸ।